हाँ जी, सत श्री अकाल जी सारिਆਂ ਨੂੰ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੋਂ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਟ੍ਰੇਜ਼ਰੀ ਆਫੀਸਰ ਦੀ ਪੋਸਟ ਦੇ ਜਿਹੜੇ ਫਾਰਮ ਸੀਗੇ ਉਹਦੀ ਲਾਸਟ ਡੇਟ ਸੀ ਕੱਲ, ਔਰ ਫਾਰਮ ਅਪਲਾਈ ਹੋ ਚੁੱਕੇ ਨੇ, ਔਰ ਤੁਸੀਂ ਸਭ ਨੇ ਅਪਲਾਈ ਵੀ ਕਰ ਦਿੱਤੇ ਹੋਣੇ। ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤੇ ਸੀਗੇ ਉਹਨਾਂ ਨੇ ਰੀਸਬਮਿਟ ਵੀ ਕਰ ਦਿੱਤਾ ਹੋਊਗਾ ਫਾਰਮ। ਤਾਂ ਹੁਣ ਤੁਸੀਂ ਇੱਕ ਚੀਜ਼ ਦੇਖੋ ਇੱਥੇ ਕਿ ਟ੍ਰੇਜ਼ਰੀ ਆਫੀਸਰ ਦੀ ਪੋਸਟ ਬਹੁਤ ਵਧੀਆ ਹੈ ਜੀ, ਬਹੁਤ ਵਧੀਆ ਲੈਵਲ ਦੀ ਪੋਸਟ ਹੈ। ਹੁਣ ਪੰਜਾਬ ਦੇ ਵਿੱਚ ਤਾਂ ਇੱਕ ਪੇਪਰ ਹੈ, ਜੇ ਆਪਾਂ ਹਰਿਆਣਾ ਦੇ ਟ੍ਰੇਜ਼ਰੀ ਆਫੀਸਰ ਸੇਮ ਪੇ ਸਕੇਲ ਸਭ ਕੁਝ ਸੇਮ ਦੇ ਦੇਖੀਏ ਤਾਂ ਰਿਟਨ ਵੀ ਦੇਣਾ ਪੈਂਦਾ ਹੈ। ਰਿਟਨ ਐਗਜ਼ਾਮ ਯਾਨੀ ਕਿ ਸੈਕਿੰਡ ਪੇਪਰ ਜਿਹੜਾ ਉਹ ਵੀ ਦੇਣਾ ਪੈਂਦਾ, ਲਿਖਣ ਵਾਲਾ ਡਿਸਕ੍ਰਿਪਟਿਵ ਪੇਪਰ ਉਹ ਵੀ ਦੇਣਾ ਪੈਂਦਾ, ਠੀਕ ਹੈ। ਬਟ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਇੱਕ ਹੀ ਪੇਪਰ ਦੇਣਾ ਪੈਣਾ ਹੈ ਤੇ ਇੰਨੀ ਵਧੀਆ ਪੋਸਟ ਤੁਹਾਡੇ ਹੱਥੀ ਆ ਜਾਣੀ ਹੈ। ਹੁਣ ਕਰਨਾ ਕੀ ਪੈਂਦਾ ਟ੍ਰੇਜ਼ਰੀ ਆਫੀਸਰ ਨੂੰ? ਟ੍ਰੇਜ਼ਰੀ ਆਫੀਸਰ ਜਿਹੜਾ ਹੈ, ਸਰਕਾਰ ਜਿੰਨਾ ਵੀ ਫੰਡ ਕਿਸੇ ਕੋਲੋਂ ਲੈ ਰਹੀ ਹੈ, ਕਿਸੇ ਨੂੰ ਦੇ ਰਹੀ ਹੈ, ਉਹਦਾ ਲੇਖਾ ਜੋਖਾ ਸਾਰਾ ਕਿਸ ਦੇ ਕੋਲ ਹੁੰਦਾ ਹੈ? ਟ੍ਰੇਜ਼ਰੀ ਆਫੀਸਰ ਜਿਹੜਾ ਹੈ ਉਹ ਰਿਪੋਰਟ ਤਿਆਰ ਕਰਦਾ ਹੈ, ਔਰ ਉਸ ਤੋਂ ਬਾਅਦ ਉਹ ਰਿਪੋਰਟ ਜਿਹੜੀ ਹੈ ਉਹ ਕੈਗ ਨੂੰ ਸੌਂਪ ਦਿੰਦਾ ਹੈ, ਠੀਕ ਹੈ। ਕੰਟਰੋਲਰ ਆਡਿਟ ਜਨਰਲ ਨੂੰ ਦੇ ਦਿੰਦਾ ਹੈ, ਠੀਕ ਹੈ। ਕਲੀਅਰ ਹੈ ਨਹੀਂ ਗੱਲ? ਤੇ ਕੈਗ ਨੂੰ ਦੇਣ ਤੋਂ ਬਾਅਦ ਦੁਬਾਰਾ ਮਤਲਬ ਕਿ ਤੁਸੀਂ ਐਵੇਂ ਲਗਾ ਸਕਦੇ ਹੋ ਕਿ ਜਿਹੜੇ ਟ੍ਰੇਜ਼ਰੀ ਆਫੀਸਰ ਹੁੰਦੇ ਨੇ ਉਹਨਾਂ ਦੇ ਥੱਲੇ ਕੰਮ ਕਰਨ ਵਾਸਤੇ ਅਸਿਸਟੈਂਟ ਆਡਿਟਰ ਟ੍ਰੇਜ਼ਰੀ ਆਫੀਸਰ ਵੀ ਹੁੰਦਾ ਹੈ। ਉਸ ਤੋਂ ਬਾਅਦ ਉਹਨਾਂ ਦੇ ਥੱਲੇ ਹੋਰ ਵੀ ਜਿੱਦਾਂ ਕਿ ਆਡਿਟ ਕਰਨ ਵਾਲੇ ਪਰਸਨ ਜਿਹੜੇ ਹੁੰਦੇ ਨੇ, ਯਾਨੀ ਕਿ ਇੱਕ ਬਹੁਤ ਵਧੀਆ ਜਿਹੜੀ ਪੋਸਟ ਹੈਗੀ ਹੈ, ਆਫੀਸਰ ਲੈਵਲ ਦੀ ਪੋਸਟ ਹੈ ਕਹਿਣ ਦਾ ਮਤਲਬ। ਤੇ ਹੁਣ ਆਪਾਂ ਗੱਲ ਕਰਾਂਗੇ ਕਿ ਇਸ ਨੂੰ ਕਰੈਕ ਕਰਨ ਵਾਸਤੇ ਆਪਾਂ ਨੂੰ ਕਰਨਾ ਕੀ ਚਾਹੀਦਾ, ਠੀਕ ਹੈ। ਸਾਰੀਆਂ ਚੀਜ਼ਾਂ ਤੇ ਆਪਾਂ ਗੱਲ ਕਰਾਂਗੇ, ਵੀਡੀਓ ਨੂੰ ਬਿਲਕੁਲ ਤੁਸੀਂ ਐਂਡ ਤੱਕ ਦੇਖਣਾ। ਸਭ ਤੋਂ ਪਹਿਲੀ ਗੱਲ ਤਾਂ 120 ਨੰਬਰਾਂ ਦਾ ਪੇਪਰ ਆਊਗਾ ਤੇ 120 ਹੀ ਕੁਐਸਚਨ ਹੋਣਗੇ, ਠੀਕ ਹੈ। ਔਰ 1/4 ਕੀ ਹੈ ਬੱਚੋ? ਨੈਗੇਟਿਵ ਮਾਰਕਿੰਗ ਹੈ। 1/4 ਜਿਹੜੀ ਹੈਗੀ ਹੈ ਆਪਣੇ ਕੋਲੇ, ਇਹ ਤੁਸੀਂ ਦੇਖ ਸਕਦੇ ਹੋ 1/4 ਜਿਹੜੀ ਹੈਗੀ ਹੈ ਉਹ ਆਪਣੇ ਕੋਲ ਕੀ ਹੈ? ਨੈਗੇਟਿਵ ਮਾਰਕਿੰਗ ਹੈਗੀ ਹੈ, ਠੀਕ ਹੈ। 1/4 ਨੈਗੇਟਿਵ ਮਾਰਕਿੰਗ ਹੈਗੀ ਹੈ। 0.25 ਮਾਰਕ ਜਿਹੜਾ ਹੈ ਉਹ ਕੱਟਿਆ ਜਾਊਗਾ ਤੁਹਾਡਾ ਜੇ ਤੁਹਾਡਾ ਇੱਕ ਕੁਐਸਚਨ ਜਿਹੜਾ ਉਹ ਗਲਤ ਹੋ ਜਾਂਦਾ ਤਾਂ, ਠੀਕ ਹੈ। ਹੁਣ ਆਪਾਂ ਬਹੁਤ ਵਧੀਆ ਐਡਵਰਟਾਈਜ਼ਮੈਂਟ ਨੰਬਰ 7/2024 ਦੇ ਅੰਡਰ ਇਹ ਫਾਰਮ ਆਏ ਨੇ। ਬਹੁਤ ਸਾਰੇ ਬੱਚਿਆਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ, ਬਟ ਇਹਨਾਂ ਚੀਜ਼ਾਂ ਨੂੰ ਤੁਸੀਂ ਨੋਟ ਕਰਕੇ ਰੱਖਿਆ ਕਰੋ। ਉਸ ਤੋਂ ਬਾਅਦ ਦੇਖੋ ਸਿਲੇਬਸ ਕੀ ਹੈ, ਟੈਂਟੇਟਿਵ ਸਿਲੇਬਸ ਹੈ। ਇਹਨਾਂ ਨੇ ਕਿਹਾ ਜੀ ਇਹ ਸਿਲੇਬਸ ਟੈਂਟੇਟਿਵ ਹੈ, ਚੇਂਜ ਵੀ ਹੋ ਸਕਦਾ ਹੈ, ਠੀਕ ਹੈ। ਟੈਂਟੇਟਿਵ ਸਿਲੇਬਸ ਹੈ। ਸਿਲੇਬਸ ਹੈ ਜੀ ਆਪਣੇ ਕੋਲੇ ਦੇਖੋ ਪੋਲਿਟੀ ਇਸ਼ੂਜ਼, ਠੀਕ ਹੈ। ਉਸ ਤੋਂ ਬਾਅਦ ਇਨਵਾਇਰਮੈਂਟਲ ਇਸ਼ੂ, ਕਰੰਟ ਅਫੇਅਰ, ਸਾਇੰਸ ਐਂਡ ਟੈਕਨੋਲੋਜੀ, ਇਕੋਨਮਿਕ ਇਸ਼ੂ, ਹਿਸਟਰੀ ਆਫ ਇੰਡੀਆ, ਫਰੀडम ਸਟਰਗਲ ਮੂਵਮੈਂਟ, ਸਪੋਰਟਸ, ਸਿਨੇਮਾ ਐਂਡ ਲਿਟਰੇਚਰ, ਜਿਓਗ੍ਰਾਫੀ। ਆਹੀ ਸਿਲੇਬਸ ਤੁਹਾਨੂੰ ਕਲਰਕ ਦੇ ਪੇਪਰ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ, ਠੀਕ ਹੈ। ਆਹੀ ਪੇਪਰ ਤੁਹਾਨੂੰ ਸੀਨੀਅਰ ਅਸਿਸਟੈਂਟ ਦੇ ਪੇਪਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਆਹੀ ਸਿਲੇਬਸ ਤੁਹਾਨੂੰ ਪਿੱਛੇ ਲੇਬਰ ਇੰਸਪੈਕਟਰ ਦਾ ਪੇਪਰ ਹੋਇਆ ਸੀ ਉਸ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀਗਾ। ਫਿਰ ਡਿਫਰੈਂਸ ਕੀ ਹੈ? ਇਹ ਅਫਸਰ ਲੈਵਲ ਦੀ ਪੋਸਟ ਹੈ, ਸਿਲੇਬਸ ਇਹਨਾਂ ਨੇ ਕਲਰਕ ਵਾਲਾ ਪਾਤਾ। ਉਹ ਵੀ ਮੈਂ ਡਿਫਰੈਂਸ਼ੀਏਟ ਕਰੂੰ ਕਿ ਪੇਪਰ ਦੇ ਵਿੱਚ ਕੁਐਸਚਨ ਕਲਰਕ ਦੇ ਲੈਵਲ ਵਾਲੇ ਕਿਹੜੇ ਨੇ ਤੇ ਇਸ ਪੇਪਰ ਦੇ ਲੈਵਲ ਦੇ ਕੁਐਸਚਨ ਜਿਹੜੇ ਨੇ ਉਹ ਕੀ ਬਣਨਗੇ। ਇਹ ਸਾਰੀਆਂ ਚੀਜ਼ਾਂ ਤੇ ਆਪਾਂ ਗੱਲ ਕਰਾਂਗੇ, ਬਟ ਆਹ ਪੋਰਸ਼ਨ ਜਿਹੜਾ ਹੈ ਇਹ ਤੁਹਾਡਾ 30 ਮਾਰਕਸ ਦਾ ਆਊਗਾ, ਠੀਕ ਹੈ। ਉਸ ਤੋਂ ਬਾਅਦ ਦੇਖੋ ਪੰਜਾਬ ਹਿਸਟਰੀ ਐਂਡ ਕਲਚਰ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਹਿਸਟਰੀ ਐਂਡ ਕਲਚਰ 20 ਮਾਰਕਸ ਦਾ, ਠੀਕ ਹੈ। ਯਾਨੀ ਕਿ ਪੰਜਾਬ ਜੀਕੇ ਜਿਹੜੀ ਤੁਹਾਡੀ ਹੈ ਉਹ 20 ਮਾਰਕਸ ਦੀ ਆਊਗੀ। ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ 30 ਮਾਰਕਸ ਦੀ, ਜਿਸ ਦੇ ਵਿੱਚ ਇਹਨਾਂ ਨੇ ਸਿਲੇਬਸ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਡਿਫਾਈਨ ਕਰਕੇ ਦਿੱਤਾ ਹੈ ਕਿ ਲੌਜੀਕਲ ਰੀਜ਼ਨਿੰਗ, ਐਨਾਲਿਟੀਕਲ ਐਂਡ ਮੈਂਟਲ ਐਬਿਲਿਟੀ ਜਿਹੜੀ ਹੈ, ਯਾਨੀ ਕਿ ਜਿਹੜੀ ਤੁਹਾਡੀ ਰੀਜ਼ਨਿੰਗ ਹੈ ਉਹ 20 ਮਾਰਕਸ ਦੀ ਆਊਗੀ। ਤੇ ਮੈਥ ਜਿਹੜਾ ਹੈ ਉਹ ਕਿੰਨੇ ਮਾਰਕਸ ਦਾ ਆਊਗਾ? 10 ਮਾਰਕਸ ਦਾ ਆਊਗਾ। 10 ਮਾਰਕਸ ਦੇ ਵਿੱਚੋਂ 5 ਮਾਰਕਸ ਦੀ ਜਿਹੜੀ ਤੁਹਾਡੀ ਆਊਗੀ ਉਹ ਡਾਟਾ ਐਨਾਲਿਸਿਸ, ਗ੍ਰਾਫਿਕ ਪ੍ਰੈਜੈਂਟੇਸ਼ਨ ਯਾਨੀ ਕਿ DI ਆਊਗੀ। ਕੀ ਆਊਗੀ ਬਾਈ? DI, ਡਾਟਾ ਇੰਟਰਪ੍ਰੀਟੇਸ਼ਨ। ਔਰ ਮੈਥ ਸਰ ਬਹੁਤ ਵਧੀਆ ਕਰਵਾ ਰਹੇ। ਇਹ 10 ਨੰਬਰ ਤਾਂ ਤੁਹਾਡੇ ਕਿਤੇ ਨਹੀਂ ਜਾਣੇ, ਔਰ 20 ਨੰਬਰ ਵੀ ਕਿਤੇ ਨਹੀਂ ਜਾਣੇ ਤੁਹਾਡੇ, ਬਹੁਤ ਵਧੀਆ। ਔਰ GK GS ਮੈਂ ਕਰਵਾ ਰਹੀ ਹਾਂ, ਬਹੁਤ ਵਧੀਆ GK GS ਕਰਵਾਵਾਂਗੇ, ਚਾਹੇ ਪੰਜਾਬ GK ਦੀ ਹੋਵੇ ਚਾਹੇ ਉਹ ਇੰਡੀਆ GK ਹੋਵੇ, ਘਬਰਾਉਣ ਦੀ ਲੋੜ ਹੀ ਨਹੀਂ ਹੈਗੀ, ਠੀਕ ਹੈ। ਚਲਿਏ ਅੱਗੇ। ਪੰਜਾਬੀ ਜਿਹੜੀ ਹੈ ਉਹ 15 ਨੰਬਰ ਦੀ ਆਊਗੀ। ਲੈਂਗੁਏਜ ਆਪਣੀ ਸ਼ੁੱਧ ਅਸ਼ੁੱਧ ਹੋ ਗਏ, ਸ਼ਬਦ ਜੋੜ, ਅਗੇਤਰ ਅਤੇ ਪਿਛੇਤਰ, ਸਮਾਨਾਰਥਕ, ਵਿਰੋਧੀ ਸ਼ਬਦ, ਨਾਂਵ, ਪੜਨਾਂਵ ਅਤੇ ਕਿਰਿਆ ਦੀਆਂ ਕਿਸਮਾਂ ਤੇ ਸਹੀ ਵਰਤੋਂ, ਲਿੰਗ ਅਤੇ ਵਚਨ, ਪੰਜਾਬੀ ਅਖਾਣ ਤੇ ਮੁਹਾਵਰੇ, ਅੰਗਰੇਜ਼ੀ ਤੇ ਪੰਜਾਬੀ ਅਨੁਵਾਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ। ਆ ਮੈਂ ਡਿਟੇਲ ਸਿਲੇਬਸ ਆਪਣੇ ਟੈਲੀਗ੍ਰਾਮ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਪਾ ਦੇ ਰੱਖਿਆ, ਮੈਂ ਉੱਥੇ ਵੀ ਪਾਉਂਗੀ ਇਹ, ਠੀਕ ਹੈ। ਇਹ PDF ਆਪਾਂ ਉੱਥੇ ਪਾ ਦਾਂਗੇ। ਇੰਗਲਿਸ਼ ਦੀ ਜੇ ਗੱਲ ਕਰੀਏ ਤਾਂ ਬੇਸਿਕ ਗ੍ਰਾਮਰ ਦੇ ਸਬਜੈਕਟ ਐਂਡ ਵਰਬ, ਐਡਜੈਕਟਿਵ ਐਂਡ ਐਡਵਰਬ, ਸਿਨੋਨੀਅਮ, ਐਂਟੋਨੀਅਮ, ਵਨ ਵਰਡ ਸਬਸਟੀਟਿਊਸ਼ਨ, ਫਿਲ ਇਨ ਦਾ ਬਲੈਂਕਸ, ਕਰੈਕਸ਼ਨ ਇਨ ਸੈਂਟੈਂਸਸ, ਇਡੀਅਮਸ ਐਂਡ देयर मीनिंग्स,
Spell checks adjectives, articles, preposition, direct and indirect speech, active and passive voice, correction in sentences. ਉਸ ਤੋਂ ਬਾਅਦ ICT यानी कि इंफॉर्मेशन जो अपनी की कहते हैं कंप्यूटर टेक्नोलॉजी है, ठीक है। बेसिक ऑफ कंप्यूटर्स, नेटवर्क्स एंड इंटरनेट, यूज ऑफ ऑफिस, प्रोडक्टिविटी टूल्स, वर्ड, एक्सेल, स्प्रैडशीट एंड पावरपॉइंट 10 मार्क्स, यानी कि टोटल मिला के अपने कोल हो जाते हैं 120 मार्क्स। हुण तुहानू पता लग गया कि सारियां चीज़ां जी बई किन्ने किन्ने नंबर दियां आउंदियां ने, ठीक है। हुण मैं तुहानू इत्थे दस्सां कि तुहानू की चीज़ जिहड़ी आ स्ट्रोंग करनी पऊगी। इंडिया जीके एंड करंट मैं लिख दिनी आ इत्थे, इंडिया जीके एंड करंट जिहड़ी है वो आऊगी 30 मार्क्स दी, ठीक है। उदा ही अपने कोल जिहड़ी पंजाब जीके है, पंजाब जीके आऊगी बच्चे 20 मार्क्स दी। आपां लिख लीए किहड़े सबजैक्ट ते किवें फोकस करना पऊगा, सारियां चीज़ां ते गल करांगे। उस तो बाद अपने कोले कंप्यूटर जिहड़ा आऊगा वो आऊगा अपने कोले 10 मार्क्स दा। अपने कोले पंजाबी जिहड़ी आऊगी अपनी वो आऊगी 15 मार्क्स दी, ठीक है। इंग्लिश आऊगी अपने कोले किन्ने नंबर दी, इंग्लिश आऊगी अपने कोले 15 मार्क्स दी। उदा ही जे मैं इत्थे गल कर ला मैथ एंड रीजनिंग, जिहदे विच रीजनिंग जिहड़ी है वो 20 मार्क्स दी है ते मैथ जिहड़ा वो 10 मार्क्स दा है, ठीक है। ये अपना हो गया कंप्लीट सिलेबस जिहड़ा उस PDF दे विच सी, वो सारा दा सारा मैं इत्थे लिख के तुहानू डिफाइन करता। हुण इत्थे मेरी एक गल सुनो तुहानू सब तो पहली गल तां पोस्टां बहुत घट ने, तो तुसी एवें सोच ही नहीं सकते कि किहड़े सबजैक्ट नू छड्डिया जावे ते किहड़ा किता जावे जे ट्रेजरी ऑफिसर दी पोस्ट लैनी है। हुण ट्रेजरी ऑफिसर दी पोस्ट लैण वास्ते तुसी एवें तां सोच नहीं सकते भी कदे 100 पोस्टां आणगियां या 200 फार्म आणगे, 200 पोस्टां आणगियां तां उस तो बाद असीं ट्रेजरी ऑफिसर दा फॉर्म जिहड़ा वो अप्लाई करांगे ते उदों साडा पेपर क्रैक होऊगा। पोस्टां हमेशा इन्नियां ही रहणगियां 35 37 40, क्योंकि देखो पोस्ट बहुत वड्डी है, पोस्ट जिहड़ी बहुत वड्डी है, वड्डे लैवल दी पोस्ट हुंदी है। हुण कॉन्स्टेबल दी पोस्ट है ये ज़्यादा नंबर विच आंदियां ने, बट नहीं ट्रेजरी अफसर लैवल दी पोस्ट और अफसर लैवल दीयां पोस्टां घट ही आउंदियां ने। सारी दुनिया नू अफसर थोड़ी बनाउणा है, जिन्नियां पोस्टां दित्तियां उन्ने जणियां नू बना देण, ये भी बहुत वड्डी गल है, ठीक है। तो मैथ एंड रीजनिंग जिहड़ा 30 मार्क्स दा आऊगा, इंडिया जीके एंड करंट। हुण सब तो पहला बच्चे जे तुसी तैयारी स्टार्ट ही करनी शुरू कीती है तो मैं कहूँगी मैथ नू एक बारी पासे रख के रीजनिंग दी क्लास लगा सकते हो। तो मैथ दे तुसी बेसिक्स हौली हौली जिद्दां सर वीडियोज़ पा रहे, सर दियां वीडियोज़ देखो, बेसिक्स तुसी आपदे इस चैप्टर तो मतलब कि वीडियोज़ तो क्लीयर कर सकते हो। सर बहुत वधिया मैथ करवा रहे हो, और जे ना समझ आवे तो दस दिओ, रियलिटी विच बहुत वधिया मैथ करवा रहा है। इंडिया जीके एंड करंट अफेयर्स की जे मैं गल करा तो इंडिया जीके दे विच जेड़ा तुसी सब तो देखो बेसिक तो तुसी तैयार करते हो तो अड गल है, बट सब तो पहला जे तुसी इंपोर्टेंस दे अकॉर्डिंग तुसी तैयार करते हो तो सब तो पहला तुसी मॉडर्न हिस्टरी रेडी करो, ठीक है। मॉडर्न हिस्टरी रेडी करो तो इस दे विच ही जेड़ा अपना स्टैटिक जीके दा पोर्शन है तो एक अपना जेड़ा करंट अफेयर दा पोर्शन है, इन्हां तिन्नां नूं तुसीं टारगेट कर लो इंडिया जीके दे विच। ये सच्चाई है कि ये जिहड़ा पोर्शन है ये सब तो ज़्यादा आऊगा, तो इस तो बाद आऊगी अपने कोले पॉलिटी, हिस्टरी ते पॉलिटी। हिस्टरी विच मॉडर्न हिस्टरी नूं टारगेट कर लो, पॉलिटी टारगेट कर लो, तो स्टैटिक जीके ते करंट अफेयर, क्योंकि करंट अफेयर घटो घट तुहाडे इन्हां 30 नंबरां दे विचों 12 तो लैके 13 क्वेश्चन जिहड़े रहणगे वो करंट अफेयर दे रहणगे, तो करंट अफेयर तां बहुत वधिया तरीके नाल करने ही पैणगे, ठीक है। उस तो बाद पंजाब जीके जिहड़ी 20 मार्क्स दी आऊगी, तो ये तो तुहानू सारी दी सारी टॉपिक की करने, तुसी टॉपिक सारे दे सारे नोटबुक ते टॉपिक लिख लेने हैं, तो उन्हां टॉपिक्स नू तुसी एक एक करके डेली कवर करना शुरू कर देना है। हुण कल्ले टॉपिक नाल नहीं गल बननी, MCQ भी तुसी लोने हैं, उहदे की लोने है बई MCQ भी तुसी ट्राई करने हैं, समझ आ गई गल इन्नी। उस तो बाद गल आती है पंजाबी दी, पंजाबी दा जिन्ने सिलेबस दे विच जेड़े मैं तुहानू टॉपिक दिखाए सी हुणे मैं टैलीग्राम ते PDF सारी दी सारी पा दूंगी। पंजाबी दियां वो क्लासां लाणियां ते इंग्लिश दी ਜਿਹੜੀਆਂ ਨੇ ਜਿਹੜੇ ਟੌਪਿਕ ਸਿਲੇਬਸ ਦੇ ਵਿੱਚ ਦੇ ਰੱਖਿਆ ਟੌਪਿਕ ਵਾਈਜ਼ ਕਰਨਾ ਉਹਨਾਂ ਨੂੰ ਸ਼ੁਰੂ ਕਰ ਦਿਓ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਇੱਕ ਸਿਲੇਬਸ ਹੋਣਾ ਚਾਹੀਦਾ, ਯਾਨੀ ਕਿ ਸਿਲੇਬਸ ਦੀ ਕਾਪੀ ਪ੍ਰਿੰਟ ਆਊਟ ਨਿਕਲਵਾ ਕੇ ਰੱਖੋ ਆਪਣੇ ਕੋਲੇ। ਉਸ ਤੋਂ ਬਾਅਦ ਟੌਪਿਕ ਵਾਈਜ਼ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿਓ। ਬਟ ਹੁਣ ਇੱਕ ਚੀਜ਼ ਹੋਰ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਜੀ ਸਾਡੀ ਤਿਆਰੀ ਬਹੁਤ ਵਧੀਆ ਹੋ ਜੇ, ਸਾਨੂੰ ਬਹੁਤ ਵਧੀਆ ਕੰਟੈਂਟ ਮਿਲ ਜੇ, ਠੀਕ ਹੈ, ਸਾਨੂੰ ਬਹੁਤ ਵਧੀਆ ਕਲਾਸਿਸ ਮਿਲ ਜਾਣ,
ਤੇ ਸਾਨੂੰ ਬਹੁਤ ਵਧੀਆ ਨੋਟਸ ਜਿਹੜੇ ਨੇ ਉਹ ਮਿਲ ਜਾਣ, ਤਾਂ ਤੁਸੀਂ ਕੀ ਕਰ ਸਕਦੇ ਹੋ, ਸਾਡਾ 올 ਇਨ ਵਨ ਬੈਚ ਜਿਹੜਾ ਹੈ ਉਹ ਤੁਸੀਂ ਪਰਚੇਜ ਕਰ ਸਕਦੇ ਹੋ। 올 ਇਨ ਵਨ ਬੈਚ ਸਾਰੇ ਪੇਪਰਾਂ ਦੀ ਤਿਆਰੀ ਇਸ ਦੇ ਵਿੱਚ, ਯਾਨੀ ਕਿ ਬੇਸਿਕ ਟੂ ਹਾਈ ਲੈਵਲ ਦੀ ਤਿਆਰੀ ਜਿਹੜੀ ਆ ਉਹ ਕਰਵਾਈ ਜਾਊਗੀ। ਕਿਉਂਕਿ ਦੇਖੋ ਹਾਈ ਲੈਵਲ ਤੇ ਜਾਣ ਵਾਸਤੇ ਤੁਹਾਨੂੰ ਬੇਸਿਕ ਲੈਵਲ ਨੂੰ ਕਵਰ ਤਾਂ ਕਰਨਾ ਹੀ ਪਊਗਾ। ਤਾਂ ਟ੍ਰੇਜ਼ਰੀ ਆਫਿਸਰ ਦੇ ਵਾਸਤੇ ਆਪਣਾ 올 ਇਨ ਵਨ ਬੈਚ ਜਿਹੜਾ ਹੈ, ਠੀਕ ਹੈ, ਟ੍ਰੇਜ਼ਰੀ ਆਫਿਸਰ ਵਾਸਤੇ 올 ਇਨ ਵਨ ਬੈਚ ਜਿਹੜਾ ਬਹੁਤ ਵਧੀਆ ਸੁਟੇਬਲ ਬੈਚ ਹੈ, ਠੀਕ ਹੈ। ਇਸ ਬੈਚ ਦਾ ਪ੍ਰਾਈਸ 1799 ਕਰ ਦਿੱਤਾ ਗਿਆ ਹੈ। ਵੈਸੇ ਇਹਦਾ ਪ੍ਰਾਈਸ ਹੈ ਐਕਚੁਅਲ ਡੇਜ਼ ਵਿੱਚ 2599 ਰੁਪਏ, ਬਟ ਹੁਣ ਕਰ ਦਿੱਤਾ ਗਿਆ 1799 ਰੁਪਏ। ਆਫਰ ਲੱਗ ਰਿਹਾ, ਤਾਂ ਤੁਸੀਂ ਟ੍ਰੇਜ਼ਰੀ ਆਫਿਸਰ ਦੀ ਤਿਆਰੀ ਜਿਹੜੀ ਆ ਬਹੁਤ ਵਧੀਆ ਤਰੀਕੇ ਨਾਲ ਇਸ ਬੈਚ ਤੋਂ ਕਰ ਸਕਦੇ ਹੋ। ਕਲਾਸਿਸ ਇਹਦੇ ਵਿੱਚ ਸ਼ੁਰੂ ਹੋ ਜਾਣਗੀਆਂ ਆਪਣੇ ਕੀ ਕਹਿੰਦੇ ਨੇ 22 ਤਰੀਕ ਤੋਂ, ਠੀਕ ਹੈ, 22 ਆਫ ਅਗਸਤ ਤੋਂ ਇੱਥੇ ਕਲਾਸਿਸ ਜਿਹੜੀਆਂ ਨੇ ਸ਼ੁਰੂ ਨੇ, ਤਾਂ ਤੁਸੀਂ ਲੇਟ ਨਾ ਕਰਦੇ ਹੋਏ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ। ਓਕੇ ਬੱਚੋ, ਥੈਂਕ ਯੂ ਸੋ ਮਚ ਟੂ ਆਲ ਆਫ ਯੂ। ਤੇ ਬਹੁਤ ਵਧੀਆ ਪੋਸਟ ਹੈ, ਜੀ ਲਾ ਕੇ ਤਿਆਰੀ ਕਰੋ। ਥੈਂਕ ਯੂ ਸੋ ਮਚ।